ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਦੀ ਧਰਤੀ ਤੇ ਬਿਰਾਜਮਾਨ ਸਨ। ਇੱਕ ਸੇਵਾਦਾਰ ਨਵਾਂ ਬਾਬਾ ਜੀ ਦੀ ਸੇਵਾ ਵਿੱਚ ਰਹਿਣ ਲੱਗਿਆ ਸੀ। ਇੱਕ ਦਿਨ ਉਹ ਸੇਵਾਦਾਰ ਰੇਲ ਦੀ ਪਟੜੀ ਦੇ ਨਾਲ ਤੁਰਿਆ ਜਾ ਰਿਹਾ ਸੀ। ਇੱਕਦਮ ਹੀ ਉਸ ਦੀਆਂ ਅੱਖਾਂ ਵਿੱਚ ਲਿਸ਼ਕ ਪਈ। ਜਦੋਂ ਉਸਨੇ ਗੌਰ ਨਾਲ ਇੱਧਰ-ਉੱਧਰ ਦੇਖਿਆ ਤਾਂ ਰੇਲ ਦੀ ਪਟੜੀ ਤੇ ਇੱਕ ਸਿੱਕਾ ਚਮਕ ਰਿਹਾ ਸੀ। ਉਸਨੇ ਆਸਾ-ਪਾਸਾ ਦੇਖਿਆ ਤੇ ਸੋਚਿਆ ਕਿ ਕਿਤੇ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ। ਜਦੋਂ ਉਸਨੇ ਦੇਖਿਆ ਕਿ ਆਸ-ਪਾਸ ਕੋਈ ਨਹੀਂ, ਫਿਰ ਉਸਨੇ ਸਿੱਕਾ ਚੁੱਕ ਲਿਆ ਤੇ ਵਾਪਸ ਸੇਵਾ ਵਿੱਚ ਜਾ ਲੱਗਾ। ਅਗਲਾ ਦਿਨ ਹੋਇਆ, ਦੀਵਾਨ ਸਜਿਆ। ਦੀਵਾਨ ਵਿੱਚ ਰਾਗੀ ਸਿੰਘ ਬੈਠੇ ਕੀਰਤਨ ਕਰ ਰਹੇ ਸਨ। ਬਾਬਾ ਜੀ ਬੈਰਾਗਣ ਲਈ ਕੀਰਤਨ ਦਾ ਆਨੰਦ ਮਾਣ ਰਹੇ ਸਨ। ਬਾਬਾ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਰਾਗੀ ਸਿੰਘਾਂ ਨੂੰ ਰੋਕਿਆ ਤੇ ਬਚਨ ਕਰਨੇ ਸ਼ੁਰੂ ਕਰ ਦਿੱਤੇ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਸਮਤ ਬਖਸ਼ ਰਹੇ ਹਨ ਕਿ ਸਿੱਖ ਨੂੰ ਆਪਣਾ ਜੀਵਨ ਉੱਚਾ ਸੁੱਚਾ ਤੇ ਕਰਨੀ ਵਾਲਾ ਬਣਾਉਣਾ ਚਾਹੀਦਾ ਹੈ। ਸੱਚ ਦੀ ਕਮਾਈ ਵਿੱਚ ਬਹੁਤ ਬਰਕਤ ਹੁੰਦੀ ਹੈ। ਇੱਕ ਵਾਰ ਇੱਕ ਸਿੱਖ ਤੇ ਉਸਦਾ ਪੁੱਤਰ ਨਦੀ ਦੇ ਵਿੱਚ ਇਸ਼ਨਾਨ ਕਰ ਰਹੇ ਸਨ। ਅਚਾਨਕ ਹੀ ਨਦੀ ਦੇ ਪਾਣੀ ਤੇ ਇੱਕ ਬੇਰ ਤਰਦਾ ਹੋਇਆ ਆ ਗਿਆ। ਸਿੱਖ ਲੜਕੇ ਨੇ ਬੇਰ ਖਾ ਲਿਆ। ਉਸਦੇ ਪਿਤਾ ਨੇ ਉਸਨੂੰ ਕੁਝ ਖਾਂਦਿਆਂ ਦੇਖ ਕੇ ਪੁੱਛਿਆ ਕਿ ਤੂੰ ਕੀ ਖਾ ਰਿਹਾ ਹੈ। ਉਹ ਲੜਕਾ ਦੱਸਣ ਲੱਗਾ, ਨਦੀ ਦੇ ਪਾਣੀ ਵਿੱਚ ਬੇਰ ਤਰ ਕੇ ਆ ਰਿਹਾ ਸੀ, ਮੈਂ ਉਹ ਖਾਧਾ। ਉਸਦਾ ਪਿਤਾ ਕਹਿਣ ਲੱਗਾ, ਪੁੱਤਰ ਇਹ ਬੇਰ ਪਤਾ ਨਹੀਂ ਕਿਸ ਦਾ ਸੀ, ਤੂੰ ਖਾ ਲਿਆ ਹੈ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਕਿਸੇ ਦੀ ਵਸਤੂ ਬਿਨਾਂ ਮੁੱਲ ਦਿੱਤਿਆਂ ਅਸੀਂ ਵਰਤ ਨਹੀਂ ਸਕਦੇ। ਤੂੰ ਮੇਰੇ ਨਾਲ ਚੱਲ, ਆਪਾਂ ਦੇਖੀਏ ਕਿ ਇਹ ਬੇਰ ਕਿੱਥੋਂ ਆਇਆ ਹੈ। ਜਿਸ ਪਾਸੇ ਤੋਂ ਨਦੀ ਦੇ ਪਾਣੀ ਦਾ ਵਹਾਅ ਸੀ, ਉਹ ਦੋਵੇਂ ਉਸ ਪਾਸੇ ਵੱਲ ਨੂੰ ਤੁਰ ਪਏ। ਨਦੀ ਦੇ ਕਿਨਾਰੇ ਤੁਰੇ ਜਾਂਦੇ ਜਾਂਦੇ ਉਹ ਬੇਰੀ ਕੋਲ ਪਹੁੰਚ ਗਏ। ਉਹਨਾਂ ਨੇ ਕਿਸੇ ਰਾਹਗੀਰ ਨੂੰ ਪੁੱਛਿਆ ਕਿ ਇਹ ਬੇਰੀ ਕਿਸ ਦੀ ਹੈ। ਰਾਹਗੀਰ ਉਹਨਾਂ ਨੂੰ ਦੱਸਣ ਲੱਗਾ ਕਿ ਇਹ ਬੇਰੀ ਉਸ ਬਾਗ ਵਾਲੇ ਸੇਠ ਦੀ ਹੀ ਹੈ। ਉਸ ਪਿਓ ਪੁੱਤ ਨੇ ਪੁੱਛਿਆ ਕਿ ਸੇਠ ਸਾਨੂੰ ਕਿੱਥੇ ਮਿਲੇਗਾ। ਰਾਹਗੀਰ ਨੇ ਦੱਸਿਆ, ਸੇਠ ਦਾ ਘਰ ਉਸਦੇ ਬਾਗ ਦੇ ਵਿੱਚ ਹੀ ਹੈ। ਜੇਕਰ ਤੁਸੀਂ ਉਸ ਨੂੰ ਮਿਲਣਾ ਹੈ ਤਾਂ ਤੁਸੀਂ ਉਸਦੇ ਘਰ ਚਲੇ ਜਾਓ। ਦੋਵੇਂ ਪਿਓ ਪੁੱਤ ਸੇਠ ਨੂੰ ਮਿਲਣ ਲਈ ਉਸਦੇ ਘਰ ਚਲੇ ਗਏ। ਸੇਠ ਨੇ ਮਹਿਮਾਨ ਜਾਣ ਕੇ ਪਿਓ ਪੁੱਤ ਨੂੰ ਬਹੁਤ ਸਤਿਕਾਰ ਨਾਲ ਬਿਠਾਇਆ। ਹੁਣ ਪਿਤਾ ਹੱਥ ਜੋੜ ਕੇ ਸੇਠ ਨੂੰ ਕਹਿਣ ਲੱਗਾ, ਸੇਠ ਜੀ ਸਾਨੂੰ ਬਖਸ਼ ਲਓ, ਅਸੀਂ ਤੁਹਾਡੇ ਗੁਨਾਹਗਾਰ ਹਾਂ। ਸੇਠ ਕਹਿਣ ਲੱਗਾ, ਜੀ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਦੇਖਿਆ ਹੈ। ਇਸ ਤੋਂ ਪਹਿਲਾਂ ਤਾਂ ਅਸੀਂ ਇੱਕ ਦੂਜੇ ਨੂੰ ਕਦੇ ਮਿਲੇ ਹੀ ਨਹੀਂ। ਤੁਸੀਂ ਕਿਸ ਗੱਲ ਦੀ ਮਾਫੀ ਮੰਗ ਰਹੇ ਹੋ। ਉਹ ਕਹਿਣ ਲੱਗੇ, ਮੇਰਾ ਪੁੱਤਰ ਨਦੀ ਵਿੱਚ ਨਹਾ ਰਿਹਾ ਸੀ। ਤੁਹਾਡੀ ਬੇਰੀ ਦਾ ਬੇਰ ਰੁੜ ਕੇ ਉਸਦੇ ਕੋਲ ਆ ਗਿਆ ਅਤੇ ਉਸਨੇ ਖਾ ਲਿਆ। ਸਾਡਾ ਉਸ ਬੇਰ ਤੇ ਕੋਈ ਹੱਕ ਨਹੀਂ ਸੀ। ਮੇਰੇ ਪੁੱਤਰ ਕੋਲੋਂ ਗਲਤੀ ਹੋ ਗਈ। ਇਸ ਗਲਤੀ ਦੀ ਤੁਸੀਂ ਜੋ ਵੀ ਸਜ਼ਾ ਸਾਨੂੰ ਦਿਓਗੇ ਸਾਨੂੰ ਮਨਜ਼ੂਰ ਹੋਵੇਗੀ। ਬਾਬਾ ਆਨੰਦ ਸਿੰਘ ਜੀ ਬਚਨ ਕਰ ਰਹੇ ਹਨ, ਕਿਸੇ ਦੇ ਖੇਤ ਵਿੱਚੋਂ ਕਣਕ ਦਾ ਇੱਕ ਛਿੱਟਾ ਵੀ ਜੇ ਤੂੰ ਤੋੜ ਕੇ ਖਾ ਲਿਆ ਤਾਂ ਉਸ ਦਾ ਵੀ ਹਰਜਾਨਾ ਤੈਨੂੰ ਭੁਗਤਣਾ ਪਵੇਗਾ। ਉਹ ਵੀ ਕਰਜ਼ਾ ਤੈਨੂੰ ਅਗਲੇ ਜਨਮ ਵਿੱਚ ਮੋੜਨਾ ਹੀ ਪਵੇਗਾ। ਕਿਉਂਕਿ ਜਿਸ ਦੀ ਜ਼ਮੀਨ ਹੈ, ਫਸਲ ਉਗਾਉਣ ਵਿੱਚ ਮਿਹਨਤ ਉਸਨੇ ਕੀਤੀ, ਬੀਜ ਉਸਨੇ ਪਾਇਆ, ਖੇਤਾਂ ਨੂੰ ਪਾਣੀ ਲਾਇਆ, ਫਸਲ ਦੀ ਰਾਖੀ ਕੀਤੀ। ਜਿਹੜਾ ਕਿਸੇ ਦੇ ਖੇਤ ਵਿੱਚੋਂ ਤੂੰ ਇੱਕ ਵੀ ਦਾਣਾ ਖਾਂਦਾ ਹੈ, ਉਸ ਉੱਤੇ ਤੇਰਾ ਤਾਂ ਕੋਈ ਹੱਕ ਹੀ ਨਹੀਂ। ਇਸ ਲਈ ਇਸ ਦਾ ਮੁੱਲ ਤੈਨੂੰ ਮੋੜਨਾ ਹੀ ਪਵੇਗਾ। ਉਹ ਸੇਠ ਕਹਿੰਦਾ, ਇਹ ਸੋਚ ਲਵੋ, ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਜੋ ਵੀ ਸਜ਼ਾ ਦਿਓਗੇ ਮਨਜ਼ੂਰ ਹੈ, ਪਰ ਬਾਅਦ ਵਿੱਚ ਮੁੱਕਰ ਨਾ ਜਾਇਓ। ਉਹ ਕਹਿੰਦੇ, ਜੀ ਨਹੀਂ, ਤੁਸੀਂ ਜੋ ਵੀ ਸਜ਼ਾ ਦਿਓਗੇ ਸਾਨੂੰ ਮਨਜ਼ੂਰ ਹੋਵੇਗੀ। ਸੇਠ ਕਹਿੰਦਾ, ਠੀਕ ਹੈ, ਫਿਰ ਸੁਣੋ, ਮੇਰੀ ਇੱਕ ਜਵਾਨ ਧੀ ਹੈ ਵਿਆਹੁਣ ਵਾਲੀ। ਉਸ ਲਈ ਮੈਂ ਵਰ ਲੱਭ ਰਿਹਾ ਸੀ। ਮੈਨੂੰ ਤੁਹਾਡਾ ਮੁੰਡਾ ਬਹੁਤ ਹੀ ਚੰਗਾ ਲੱਗਾ।
ਫਿਰ ਤੁਸੀਂ ਬਹੁਤ ਹੀ ਚੰਗੇ ਤੇ ਉੱਚੀ ਸੋਚ ਵਾਲੇ ਇਨਸਾਨ ਹੋ। ਇਸ ਲਈ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਲੜਕੇ ਨਾਲ ਕਰਨਾ ਚਾਹੁੰਦਾ ਹਾਂ। ਸਿੱਖ ਕਹਿੰਦਾ, ਇਹ ਕਿਵੇਂ ਹੋ ਸਕਦਾ ਹੈ? ਅਸੀਂ ਇੰਨੇ ਗਰੀਬ ਹਾਂ ਤੇ ਤੁਸੀਂ ਇੰਨੇ ਅਮੀਰ ਹੋ। ਉਹ ਸੇਠ ਕਹਿੰਦਾ, ਤੁਸੀਂ ਮੈਨੂੰ ਜ਼ੁਬਾਨ ਦਿੱਤੀ ਹੈ। ਫਿਰ ਸਿੱਖ ਮੰਨ ਗਿਆ ਤੇ ਕਹਿਣ ਲੱਗਾ ਕਿ ਸਾਨੂੰ ਮਨਜ਼ੂਰ ਹੈ। ਸੇਠ ਕਹਿਣ ਲੱਗਾ ਕਿ ਹੁਣ ਤੁਸੀਂ ਆਏ ਹੀ ਹੋ ਤਾਂ ਮੈਂ ਚਾਹੁੰਦਾ ਹਾਂ ਕਿ ਵਿਆਹ ਕਰਕੇ ਹੀ ਜਾਓ। ਐਵੇਂ ਕਿਉਂ ਦੁਬਾਰਾ ਚੱਕਰ ਲਗਾਉਂਦੇ ਫਿਰੋਗੇ? ਉਹਨਾਂ ਨੇ ਇਹ ਵੀ ਗੱਲ ਮੰਨ ਲਈ। ਸੇਠ ਕਹਿੰਦਾ ਕਿ ਵਿਆਹ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਮੇਰੀ ਧੀ ਅੰਨ੍ਹੀ ਹੈ। ਉਹ ਸਿੱਖ ਕਹਿੰਦਾ, ਕੋਈ ਗੱਲ ਨਹੀਂ। ਜੇਕਰ ਵਿਆਹ ਤੋਂ ਬਾਅਦ ਤੁਹਾਡੀ ਧੀ ਨੂੰ ਕੁਝ ਹੋ ਜਾਂਦਾ ਜਾਂ ਮੇਰੇ ਪੁੱਤਰ ਨੂੰ ਕੁਝ ਹੋ ਜਾਂਦਾ, ਫਿਰ ਵੀ ਤਾਂ ਅਸੀਂ ਸਾਰਦੇ ਹੀ, ਸਾਨੂੰ ਕੋਈ ਇਤਰਾਜ਼ ਨਹੀਂ। ਸੇਠ ਕਹਿੰਦਾ, ਮੇਰੀ ਧੀ ਸਿਰਫ ਅੰਨ੍ਹੀ ਹੀ ਨਹੀਂ ਬਲਕਿ ਗੂੰਗੀ ਤੇ ਬੋਲੀ ਵੀ ਹੈ। ਹੁਣ ਅੱਜ ਦੇ ਸਮੇਂ ਵਿੱਚ ਜੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਤਾਂ ਇਹ ਤਿੰਨ ਗੱਲਾਂ ਸੁਣ ਕੇ ਕੋਈ ਵੀ ਅਜਿਹੀ ਲੜਕੀ ਦਾ ਰਿਸ਼ਤਾ ਆਪਣੇ ਲੜਕੇ ਨਾਲ ਨਹੀਂ ਕਰਨਾ ਚਾਹੇਗਾ। ਪਰ ਸਿੱਖ ਨੇ ਕਿਹਾ, ਕੋਈ ਗੱਲ ਨਹੀਂ। ਫਿਰ ਸੇਠ ਕਹਿਣ ਲੱਗਾ ਕਿ ਉਸਦੇ ਹੱਥ ਤੇ ਪੈਰ ਵੀ ਨਹੀਂ ਹਨ। ਪਰ ਫਿਰ ਵੀ ਸਿੱਖ ਡੋਲਿਆ ਨਾ ਤੇ ਕਹਿਣ ਲੱਗਾ, ਤੁਸੀਂ ਵਿਆਹ ਦੀ ਤਿਆਰੀ ਕਰੋ। ਜਦੋਂ ਵਿਆਹ ਹੋਣ ਲੱਗਾ ਉਸ ਸਮੇਂ ਲੜਕੀ ਤੁਰ ਕੇ ਆਈ ਤਾਂ ਸਿੱਖ ਦੇਖ ਕੇ ਸੇਠ ਨੂੰ ਕਹਿਣ ਲੱਗਾ, ਸੇਠ ਜੀ, ਅਸੀਂ ਇਹ ਰਿਸ਼ਤਾ ਨਹੀਂ ਕਰਨਾ। ਉਹ ਕਹਿੰਦੇ, ਕਿਉਂ? ਸਿੱਖ ਕਹਿੰਦਾ, ਤੁਸੀਂ ਸਾਨੂੰ ਝੂਠ ਬੋਲਿਆ ਕਿ ਲੜਕੀ ਦੇ ਹੱਥ ਪੈਰ ਨਹੀਂ ਹਨ, ਗੂੰਗੀ ਬੋਲੀ ਹੈ, ਪਰ ਲੜਕੀ ਤਾਂ ਚੰਗੀ ਭਲੀ ਹੈ। ਪਰ ਅਸੀਂ ਝੂਠੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਰੱਖਣਾ। ਝੂਠਿਆਂ ਦੀ ਸੰਗਤ ਕਰਕੇ ਅਸੀਂ ਵੀ ਝੂਠੇ ਹੋ ਜਾਵਾਂਗੇ। ਇਸ ਲਈ ਸਾਨੂੰ ਮਾਫ ਕਰ ਦਿਓ। ਇਸ ਸਜ਼ਾ ਨਾਲੋਂ ਤਾਂ ਅਸੀਂ ਗੁਨਾਹਗਾਰ ਹੀ ਠੀਕ ਹਾਂ। ਸੇਠ ਸਿੱਖ ਨੂੰ ਕਹਿੰਦਾ, ਜੀ ਮੈਂ ਕੋਈ ਝੂਠ ਨਹੀਂ ਕਿਹਾ। ਉਹ ਅੰਨ੍ਹੀ ਹੈ ਕਿਉਂਕਿ ਉਸਨੇ ਕਦੇ ਕਿਸੇ ਨੂੰ ਮਲੀਨਤਾ ਨਾਲ ਨਹੀਂ ਦੇਖਿਆ। ਉਹ ਗੂੰਗੀ ਹੈ ਕਿਉਂਕਿ ਉਹ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿੰਦੀ, ਕਦੇ ਕੰਨਾਂ ਨਾਲ ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਸੁਣਦੀ। ਸਰਦਾਰ ਜੀ, ਇਹ ਸਭ ਕੁਝ ਮੈਂ ਤੁਹਾਡਾ ਇਮਤਿਹਾਨ ਲੈਣ ਖਾਤਰ ਕਿਹਾ ਸੀ। ਹੁਣ ਇਹ ਲੜਕੀ ਤੁਹਾਡੀ ਹੈ, ਜਾਓ ਇਸ ਨੂੰ ਲੈ ਜਾਓ। ਸੋ ਬਾਬਾ ਜੀ ਨੇ ਇਹੀ ਸਮਤ ਬਖਸ਼ੀ ਕਿ ਅਸਲੀ ਸਿੱਖ ਉਹੀ ਹੈ ਜੋ ਆਪਣੇ ਸਵਾਰਥ ਨੂੰ ਮੁੱਖ ਨਾ ਰੱਖੇ, ਸਿਰਫ ਤੇ ਸਿਰਫ ਸੱਚ ਤੇ ਪਹਿਰਾ ਦੇਵੇ, ਕਿਸੇ ਕਾਰਜ ਵਿੱਚ ਬਹੁਤਾ ਨਫਾ ਦੇਖ ਕੇ ਲਾਲਚੀ ਨਾ ਹੋਵੇ ਅਤੇ ਕਿਸੇ ਕਾਰਜ ਵਿੱਚ ਘਾਟਾ ਪੈਂਦਾ ਦੇਖ ਕੇ ਮਨ ਨੂੰ ਨਾ ਡੋਲਾਏ, ਸੱਚ ਤੇ ਪਹਿਰਾ ਦੇਵੇ, ਉਸ ਪ੍ਰਭੂ ਨੂੰ ਅੰਗ ਸੰਗ ਸਮਝੇ। ਫਿਰ ਦੇਖੋ ਸੱਚ ਦੀ ਕਮਾਈ ਵਿੱਚ ਕਿੰਨੀਆਂ ਬਰਕਤਾਂ ਪੈਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।